ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਆਉਣ ਨਾਲ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪੂਰਾ ਸਾਲ ਕੀਤੀ ਮਿਹਨਤ ਤੋਂ ਬਾਅਦ ਰਿਜ਼ਲਟ ਆਉਣ ਤੇ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਦੇਖਦੇ ਹੀ ਬਣ ਰਹੀ ਹੈ, ਕਿਉਂਕਿ ਪ੍ਰੀਖਿਆਵਾਂ ਤੋਂ ਬਾਅਦ ਬੱਚਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਨਤੀਜਿਆਂ ਦਾ। ਇਸੇ ਤਰ੍ਹਾਂ ਪ੍ਰੋਫੈਸਰ ਤਰਸੇਮ ਮਹਾਜਨ ਹਾਈਟਸ ਅਕੈਡਮੀ ਹੁਸ਼ਿਆਰਪੁਰ ਦੇ ਬੱਚਿਆਂ ਨੇ ਅਕੈਡਮੀ ਦੇ ਨਾਮ ਨੂੰ ਰੋਸ਼ਨ ਕਰਦੇ ਹੋਏ 12ਵੀਂ ਦੇ ਪਰਿਣਾਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਕੈਡਮੀ ਦੇ ਜ਼ਿਆਦਾਤਰ ਬੱਚਿਆਂ ਨੇ 90% ਤੋਂ ਵੱਧ ਤੇ 4 ਬੱਚਿਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਅਕੈਡਮੀ ਦਾ ਨਤੀਜਾ 100% ਲਿਆਂਦਾ ਹੈ, ਜਿਸ ਨਾਲ ਬੱਚਿਆਂ ਦੇ ਅਧਿਆਪਕਾਂ ਤੇ ਮਾਤਾ-ਪਿਤਾ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਤੇ ਆਓ ਅਸੀਂ ਵੀ ਇਸ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਬੱਚਿਆਂ, ਉਹਨਾਂ ਦੇ ਮਾਪਿਆਂ ਤੇ ਪ੍ਰੋਫੈਸਰ ਤਰਸੇਮ ਮਹਾਜਨ ਤੇ ਅਧਿਆਪਕਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਆਪਣਾ? ਆਯੂਸ਼। ਕਿਹੜੀ ਕਲਾਸ ਦੇ ਵਿੱਚ ਪੜ੍ਹਦੇ? +2 ਕਿਹੜੇ ਸਕੂਲ ਦੇ ਵਿੱਚੋਂ? ਹਾਈਟਸ ਅਕੈਡਮੀ। ਹੁਣ +2 ਦਾ ਰਿਜ਼ਲਟ ਆ ਗਿਆ, ਕਿੰਨੇ % ਤੁਸੀਂ ਇਹਦੇ ਚੋਂ ਗੇਨ ਕੀਤਾ? 95%। ਕਿਸ ਤਰ੍ਹਾਂ ਦਾ ਰਿਹਾ ਸੀ ਤਾਲਮੇਲ ਜਾਂ ਇਨਵਾਇਰਨਮੈਂਟ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਪੜ੍ਹਾਈ ਦੇ ਵੇਲੇ? ਬਹੁਤ ਵਧੀਆ ਸੀ, ਸਾਰੇ ਟੀਚਰਸ ਨੇ ਸਾਥ ਦਿੱਤਾ ਸਾਨੂੰ, ਸਾਰੇ ਡਾਊਟ ਵਗੈਰਾ ਸਾਰੇ ਕਲੀਅਰ ਹੁੰਦੇ ਸੀਗੇ, ਅੱਜ ਤਾਂ ਹੀ ਇੰਨੇ % ਆਏ। ਤੇ ਪ੍ਰੋਫੈਸਰ ਤਰਸੇਮ ਮਹਾਜਨ ਸਰ ਹੈ ਜਿਹੜੇ, ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਪੋਰਟ ਮਿਲਦਾ ਸੀਗਾ? ਸਰ ਦਾ ਸਭ ਤੋਂ ਜ਼ਿਆਦਾ ਸਪੋਰਟ ਸੀ, ਸਾਨੂੰ ਮੋਟੀਵੇਟ ਕਰਦੇ ਰਹਿੰਦੇ ਸੀ, ਹਮੇਸ਼ਾ ਵਧੀਆ ਪੜ੍ਹਾਉਂਦੇ ਸੀਗੇ, ਉਹ ਹਮੇਸ਼ਾ ਕਹਿੰਦੇ ਸੀ ਟੌਪ ਕਰਨਾ, ਤਾਂ ਅੱਜ ਕਰਕੇ ਉਹਨਾਂ ਦੇ ਸਪੋਰਟ ਕਾਰਨ ਹੀ ਆਏ ਨੰਬਰ। ਤੇ ਕਿਹੜਾ ਤੁਸੀਂ ਸਟਰੀਮ ਲਿਆ ਹੋਇਆ ਹੈ? ਨਾਨ ਮੈਡੀਕਲ। ਤੇ ਕਿੰਨਾ ਟਾਈਮ ਤੁਸੀਂ ਪੜ੍ਹਾਈ ਨੂੰ ਦਿੰਦੇ ਸੀਗੇ ਆਪਣੇ ਪੂਰੀ ਦਿਨਚਰਿਆ ਦੇ ਵਿੱਚ? ਫਿਕਸ ਟਾਈਮਿੰਗ ਨਹੀਂ ਸੀ, ਇੱਦਾਂ ਸਿਲੇਬਸ ਕੰਪਲੀਟ ਜਿੰਨੇ ਟਾਈਮ 'ਚ ਹੋ ਜੇ ਉਨੀ ਦੇਰ ਹੀ ਪੜ੍ਹਨਾ। ਫਿਰ ਵੀ ਕੁਝ ਰੱਖਿਆ ਹੁੰਦਾ ਹੈ ਕਿ ਟਾਈਮ ਮੈਂ ਇੰਨੇ ਤੋਂ ਇੰਨੇ ਪੜ੍ਹਾਈ ਕਰਨੀ ਹੈ? ਦਿਨ 'ਚ 4-5 ਘੰਟੇ ਪੜ੍ਹਦਾ ਸੀ। ਹਾਂਜੀ। ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਅੱਜ? ਬਹੁਤ ਖੁਸ਼ੀ ਆ, ਪੇਰੈਂਟਸ ਵੀ ਖੁਸ਼ ਆ, ਸਰ ਵੀ ਖੁਸ਼ ਆ। ਐਕਸਪੈਕਟੇਸ਼ਨ ਸੀਗੀ ਕਿ ਇੰਨੇ % ਆਏਗੇ? ਹਾਂਜੀ ਸੀਗੀ, ਪਰ ਇੰਨੀ ਜ਼ਿਆਦਾ ਨਹੀਂ ਸੀ ਕਿਉਂਕਿ ਪੇਪਰ ਕੈਂਸਲ ਹੋ ਗਏ ਸੀ ਥੋੜ੍ਹੇ, ਪਰ ਫੇਰ ਆ ਗਏ। ਕੀ ਏਮ ਹੈ ਤੁਹਾਡਾ ਫਿਊਚਰ ਦੇ ਵਿੱਚ, ਕੀ ਕਰਨਾ ਚਾਹੁੰਦੇ? ਅਬਰੋਡ ਸਟੱਡੀ 'ਚ। ਕੀ ਨਾਮ ਹੈ ਆਪਣਾ? ਮੈਮ ਮਾਈ ਨੇਮ ਇਜ਼ ਜਸਲੀਨ। ਕਿਹੜੀ ਕਲਾਸ ਦੇ ਵਿੱਚ? +2 ਸਟੈਂਡਰਡ। ਠੀਕ ਹੈ। ਤੇ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ? ਹਾਈਟਸ ਅਕੈਡਮੀ। ਹਾਂਜੀ ਕਿਹੜਾ ਸਟਰੀਮ ਲਿਆ ਹੋਇਆ +2 ਦੇ ਵਿੱਚ? ਮੈਮ ਮੈਂ ਨਾਨ ਮੈਡੀਕਲ। ਕਿੰਨੇ % ਤੁਸੀਂ ਇਸ ਵਾਲੇ ਲਏ ਨੇ ਪੁਆਇੰਟ? 94.6%। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਬਹੁਤ ਵਧੀਆ ਫੀਲ ਹੋ ਰਿਹਾ ਮੈਮ। ਤੇ ਜੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਜਿੱਦਾਂ ਐਗਜ਼ਾਮਸ ਵਗੈਰਾ ਲੋਕਡਾਊਨ ਕਰਕੇ ਥੋੜ੍ਹੇ ਜਿਹੜੇ ਹੈਗੇ ਮਿਸ ਹੋ ਗਏ ਸੀਗੇ, ਜੇ ਉਹਨਾਂ ਨੂੰ ਪ੍ਰੋਪਰ ਟਾਈਮਿੰਗ ਮਿਲ ਪਾਉਂਦੀ ਤਾਂ ਜਿਹੜੇ ਇਹ 94% ਮਾਰਕਸ ਨੇ ਇਹ ਵੱਧ ਸਕਦੇ ਸੀਗੇ? ਹਾਂਜੀ ਮੈਮ, ਸ਼ਾਇਦ। ਹਾਂਜੀ। ਤੇ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤਾਂ? ਵਧੀਆ ਫੀਲ ਹੋ ਰਿਹਾ ਮੈਮ, ਪ੍ਰਾਊਡ। ਅੱਛਾ, ਜਦੋਂ ਪੜ੍ਹਾਈ ਦੇ ਟਾਈਮ ਦੇ ਵਿੱਚ ਜਦੋਂ ਪ੍ਰੋਫੈਸਰ ਸਰ ਪੜ੍ਹਾਉਂਦੇ ਸੀਗੇ ਤੁਹਾਨੂੰ ਜਾਂ ਟੀਚਰਸ ਪੜ੍ਹਾਉਂਦੇ ਸੀ ਤਾਂ ਕਿਸ ਤਰ੍ਹਾਂ ਦਾ ਐਟਮੋਸਫੇਅਰ ਹੁੰਦਾ ਸੀ? ਮੈਮ ਬਹੁਤ ਵਧੀਆ ਹੁੰਦਾ ਸੀਗਾ, ਅਤੇ ਜੇ ਕੋਈ ਗੱਲਾਂ ਵੀ ਕਰਦਾ ਹੁੰਦਾ ਸੀ ਸਰ ਨੇ ਪਹਿਲਾਂ ਉਹਨਾਂ ਨੂੰ ਚੁੱਪ ਕਰਵਾਉਣਾ, ਫੇਰ ਪੜ੍ਹਾਉਂਦੇ ਹੁੰਦੇ ਸੀ ਸਾਨੂੰ। ਕੀ ਕੰਮ ਕਰਦੇ? ਐਗਰੀਕਲਚਰ। ਸਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤੁਹਾਡੀ ਬੇਟੀ ਨੇ ਇੰਨੇ ਅੱਛੇ ਮਾਰਕਸ ਲਏ ਨੇ ਨਾਨ ਮੈਡੀਕਲ ਸਟਰੀਮ ਦੇ ਵਿੱਚ +2 ਦੇ ਵਿੱਚ, ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਕੀ ਕਹਿਣਾ ਚਾਹੋਗੇ ਤੁਸੀਂ ਹਾਈਟਸ ਅਕੈਡਮੀ ਵਾਸਤੇ, ਜਿਨ੍ਹਾਂ ਦੇ ਟੀਚਰਸ ਦਾ ਇੰਨਾ ਮਿਹਨਤ ਕੀਤੀ ਹੋਈ ਹੈ ਬੱਚਿਆਂ ਦੇ ਉੱਤੇ? ਵਧੀਆ ਪੜ੍ਹਾਈ ਵਧੀਆ ਕਰਾਉਂਦੇ ਆ ਜੀ। ਹਾਂਜੀ ਬਹੁਤ ਵਧੀਆ ਹੈ। ਤੁਸੀਂ ਕੀ ਸੋਚਿਆ ਹੋਇਆ ਹੈ ਅੱਗੇ ਇਹਨਾਂ ਨੂੰ ਕੀ ਕਰਵਾਉਣਾ? ਦੇਖਦੇ ਆ ਜੀ, ਹੁਣ ਗਾਂ ਦੇਖਦੇ ਆ। ਕੁਝ ਨਹੀਂ decide? ਹਾਂਜੀ। ਤੁਹਾਡਾ ਕੀ ਹੈਗਾ ਏਮ? ਮੈਮ ਅਬਰੋਡ ਵਿੱਚ ਜਾ ਕੇ ਸਟੱਡੀ ਦਾ। ਜਿਸ ਕਾਰਨ। ਕੀ ਨਾਮ ਹੈ ਤੁਹਾਡਾ? ਇਸ਼ਪ੍ਰੀਤ। ਕਿੰਨੇ % ਤੁਸੀਂ ਲਏ ਨੇ +2 ਦੇ ਵਿੱਚ? 92.6। ਸੇਮ 92.6। 92.6। ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਫੀਲ ਹੋ ਰਿਹਾ ਆ, ਜਿੱਦਾਂ ਮਿਹਨਤ ਪੂਰੀ ਖੁੱਲ੍ਹ ਕੇ ਆਈ ਆ ਮੂਹਰੇ। ਕਿੰਨਾ ਟਾਈਮ ਆਪਣੀ ਪੜ੍ਹਾਈ ਵਾਸਤੇ ਦਿੰਦੇ ਸੀਗੇ? ਅਕੈਡਮੀ ਦੇ ਵਿੱਚ ਤੁਸੀਂ ਪੜ੍ਹਾਈ ਕਰਦੇ ਸੀ ਤਾਂ ਕਿੰਨਾ ਕੁ ਤੁਹਾਨੂੰ ਟੌਰਚਰ ਕੀਤਾ ਜਾਂਦਾ ਸੀ ਇੱਥੇ, ਜਾਂ ਕਿੰਨਾ ਕੁ ਬਰਡਨ ਪਾਇਆ ਜਾਂਦਾ ਸੀਗਾ? ਨਹੀਂ, ਪਹਿਲਾਂ ਦੇਖੋ, ਪਹਿਲਾਂ ਤਾਂ ਅਸੀਂ ਥੋੜ੍ਹੇ ਜਿਹੇ ਮਹੀਨੇ ਐਸ਼ੀ ਮਤਲਬ ਇੱਦਾਂ ਹੀ ਕੀਤੀ ਆ, ਅਤੇ ਲਾਸਟ ਦੇ 2 ਮੰਥ ਅਸੀਂ ਸਿਰਫ ਪੜ੍ਹਾਈ ਹੀ ਕੀਤੀ ਆ, ਤਾਂ ਕਰਕੇ ਕੈਮਿਸਟਰੀ ਫੇਵਰੇਟ ਸਬਜੈਕਟ ਸੀ ਅਤੇ ਸਾਡੇ ਨੇ ਰਿਵੀਜ਼ਨ ਵੀ ਬਹੁਤ ਕਰਵਾਈ, ਸਾਡਾ ਕੈਮਿਸਟਰੀ ਦਾ ਪੇਪਰ ਵੀ ਹੋਇਆ, ਤਾਂ ਕਰਕੇ ਉਹਦੇ ਸਾਡੇ ਵਧੀਆ ਨੰਬਰ ਆ ਗਏ ਕੈਮਿਸਟਰੀ 'ਚੋਂ, ਤਾਂ ਬਸ ਕੈਮਿਸਟਰੀ ਦਾ ਥੋੜ੍ਹਾ ਜ਼ਿਆਦਾ ਵਧੀਆ ਹੋ ਗਿਆ। ਤੇ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਹੋ ਹੁਣ? ਅੱਗੇ ਇੰਜੀਨੀਅਰਿੰਗ ਦੀ ਲਾਈਨ 'ਚ, ਇਨਫੋਰਮੇਸ਼ਨ ਟੈਕਨੋਲੋਜੀ। MBBS ਡਾਕਟਰ। ਤੇ ਪੇਰੈਂਟਸ ਦਾ ਕਿਸ ਤਰ੍ਹਾਂ ਦਾ ਸਪੋਰਟ ਰਹਿੰਦਾ ਹੈ ਤੇ ਟੀਚਰਸ ਦਾ ਕਿਸ ਤਰ੍ਹਾਂ ਦਾ ਸਪੋਰਟ? ਟੀਚਰ ਤਾਂ ਬਹੁਤ ਫਰੈਂਡਲੀ ਹੈ ਇੱਥੇ, ਜੋ ਮਰਜ਼ੀ ਪੁੱਛੋ, ਮਜ਼ਾਕ ਵੀ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ, ਅਤੇ ਘਰ ਦਾ ਸਪੋਰਟ ਤਾਂ ਫੁੱਲ ਆ, ਜੋ ਬਣਨਾ ਬਣ ਜਾਓ, ਪੂਰਾ ਸਪੋਰਟ ਆ ਤੁਹਾਡੇ ਨਾਲ। ਕੀ ਕਰਦੇ ਆ? ਮੇਰੇ ਮੰਮਾ ਪੁਲਿਸ 'ਚ ਆ। ਮੇਰੇ ਮਦਰ ਹਾਊਸ ਵਾਈਫ ਅਤੇ ਫਾਦਰ ਮੇਰੇ ਇਲੈਕਟ੍ਰੀਸ਼ੀਅਨ। ਇਹ ਵਾਲਾ ਏਮ ਚੁਣਿਆ ਹੈ ਕਿ ਤੁਸੀਂ ਅੱਗੇ ਜਾ ਕੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕਰਨੀ ਹੈ ਇੰਜੀਨੀਅਰਿੰਗ, ਤਾਂ ਕੀ ਹੋਰ ਤੁਹਾਡੇ ਡ੍ਰੀਮਸ ਨੇ ਇਹਨੂੰ ਲੈ ਕੇ? ਨਹੀਂ, ਡ੍ਰੀਮ ਤਾਂ ਦੇਖੋ ਚਲੋ ਇੱਕੋ ਹੀ ਹੁੰਦਾ, ਜ਼ਿਆਦਾ ਡ੍ਰੀਮਸ ਐਵੇਂ ਕਨਫਿਊਜ਼ਨ ਹੋ ਜਾਣੀ, ਅਤੇ ਤਾਂ ਕਰਕੇ ਇੱਕ ਹੀ ਹੈ ਡ੍ਰੀਮ ਇਨਫੋਰਮੇਸ਼ਨ ਟੈਕਨੋਲੋਜੀ ਦਾ। ਜੇ ਬੀਟੈਕ ਇੱਥੇ ਕਰਾਂਗਾ ਅਤੇ ਐਮਟੈਕ ਬਾਹਰ ਜਾ ਕੇ ਕਰੂੰਗਾ ਅਬਰੋਡ 'ਚ,
ਫਿਰ ਵੀ ਫਾਇਦਾ ਹੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਦਾ। ਬਾਕੀ ਤੁਸੀਂ ਇੰਨੇ ਅੱਛੇ ਨੰਬਰ ਲਏ ਨੇ ਤੇ ਕਿੰਨਾ ਟਾਈਮ ਤੁਸੀਂ ਪੜ੍ਹਾਈ ਕਰਦੇ ਹੁੰਦੇ ਆ ਘਰ ਜਾ ਕੇ? ਮੈਂ ਜਦੋਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਲਾਸਟ ਜਿਹੜੇ 2 ਮੰਥ ਸੀਗੇ ਉਹ 'ਚ ਤਾਂ ਪੂਰਾ ਦਿਨ ਹੀ ਲੱਗ ਜਾਂਦਾ ਸੀ, ਰਾਤ ਵੀ ਅੱਧੀ ਲੱਗ ਜਾਂਦੀ ਹੁੰਦੀ ਸੀ ਕਿਉਂਕਿ ਪਹਿਲਾਂ ਐਸ਼ ਕੀਤੀ ਸੀ ਤੇ ਬਾਅਦ 'ਚ ਤਾਂ ਇਦਾਂ ਕਰਨਾ ਹੀ ਸੀ ਤੇ ਤਾਂ ਕਰਕੇ। ਬਾਕੀ ਤੁਸੀਂ ਕਿੰਨਾ ਟਾਈਮ ਪੜ੍ਹਾਈ ਕਰਦੇ? ਮੇਨਲੀ ਸਭ ਤੋਂ ਬੈਸਟ ਟਾਈਮ ਹੁੰਦਾ ਪੜ੍ਹਨ ਦਾ ਰਾਤ ਨੂੰ, ਤਾਂ ਰਾਤ ਨੂੰ ਜ਼ਿਆਦਾ ਪੜ੍ਹਾਈ ਹੁੰਦੀ ਸੀ। ਸਵੇਰ ਨੂੰ ਜਿੱਦਾਂ ਬੰਦਾ ਥੱਕ ਜਾਂਦਾ ਆ, नहीं तो मेनली रात मेरी होती है। मैम इतना अच्छा रिजल्ट आया है आज आपकी एकेडमी का, तो आपको कैसा लग रहा है जो आपने इतनी मेहनत करवाई है, पूरा साल भर बच्चों पर मेहनत करवाई है, उसका रंग आज आया है इनके नतीजों में, तो किस तरह से लग रहा है? ऑब्वियसली बहुत अच्छा, वेरी प्रीशियस डे टुडे। थिंग इज़ दिस, बच्चे भी बहुत मेहनत करते हैं मैम, ठीक है, टीचर्स का बहुत रोल रहता है उनको निखारने में, मगर ये बात कभी नहीं भूलनी चाहिए कि बच्चे भी बहुत मेहनत करते हैं। वो हमारे साथ चलते हैं तो ये रिज़ल्ट दे पाते हैं, हमें हमारा नाम चमकाते ही बच्चे हैं। और उन पेरेंट्स का भी थैंक्स है जो हम पे विश्वास करके, फेथ करके हमारे हवाले अपने बच्चे करके जाते हैं अपने उनके भविष्य के लिए। फर्दर भी मैं चाहूँगी कि बच्चे जो हैं वो हम पे भरोसा रखें। आजकल लॉकडाउन चल रहा है, जैसे ऑनलाइन क्लासेस है, नो डाउट जो ऑफलाइन क्लासेस और ऑनलाइन क्लासेस हैं उनमें बहुत डिफरेंस है, बिकॉज वो ऑरा नहीं बन पाता, टीचर्स की वो इंटरेक्शन नहीं हो पाती है बच्चों के साथ। बट थिंग इज़ दिस, प्लीज़ डू फेथ ऑन हाइट्स एकेडमी स्टाफ एंड प्रोफेसर महाजन्स डेडिकेशन टुवर्ड्स स्टूडेंट्स एजुकेशन, बिकॉज वी पीपल आर ओरिएंटेड विद देयर रिजल्ट एंड देयर करियर ओनली। इट्स ठीक है, सारा कुछ साथ साथ में ही है, मगर डू हैव फेथ। नहीं तो जैसे ये अभी बच्चों का जिनका रिज़ल्ट आया, उनके पेरेंट्स ने अगर हम पे भरोसा किया तभी तो वो बच्चे हमारे पास आए ना। और उसके बाद में क्या है कि दे हैड देयर फेथ एंड कीप देयर फेथ ऑन अस कि हाँ अच्छा ही होगा, एंड द थिंग इज़ देयर, और सब कुछ सही सही ही होता है। मोस्टली स्टूडेंट्स में ये होता है कि जब एग्ज़ाम्स आते हैं नज़दीक तो उनमें एक डर सा पैदा हो जाता है, उन पे स्ट्रेस ना हो, उसको सही करने के लिए, नॉर्मल रखने के लिए बच्चों को किस तरह से प्रयास कीजिए? मैम द थिंग इज़ दिस कि एक क्या होता है, एक टाइम पीरियड सबके साथ आता है। ये क्या होता है, जब हमारे पास बच्चा आता है और जब वो हमें छोड़ के जाता है, ये 24 महीने का सफ़र रहता है। टोटल पीरियड इज़ ऑफ 24 मंथ्स। उसमें क्या होता है कि जब ये 16 महीने हो जाते हैं, मतलब व्हेन द +1 इज़ ओवर एंड द हाफ ऑफ द +2 इज़ डन, तो ये 16 महीने और के बीच में बच्चे को लगा मेरा कुछ नहीं होगा। ये तो सबके साथ है, मगर तब क्या होता है कि टीचर्स स्पेशली क्या करते हैं कि उनको मोटिवेट करते हैं कि, क्योंकि हमारे पास तो पिछला वो सारा रहता ही है कि रिकॉर्ड रहता है कि सबके साथ है। जो क्रैक कर पाते हैं ये कंपटीशन, उनको भी लगता है मुझे कुछ नहीं आता। क्या रहता है कि पीयर प्रेशर बहुत रहता है, पेरेंट्स की तरफ से, हमारी सोसाइटी की तरफ से कह लो, या बच्चे के अंदर भी तो कुछ होता है कि मैंने कुछ बनना है। उसके लिए क्या करते हैं टीचर्स, अपना पूरा 110% देते हैं, नॉट ओनली 100%, 110% देते हैं। बिकॉज क्या है कि वो सिलेबस तो सारा करवाते हैं, उस टाइम पीरियड में रिविज़न स्टार्ट्स होती हैं। उसमें क्या है कि बच्चों की जो कमियाँ होती हैं उनको बताई जाती हैं कि फोकस ऑन दैट पॉइंट, जिस पे आप लोग एम्फसाइज करोगे तो अच्छा रिजल्ट दे पाओगे। और इसमें क्या है कि स्टाफ बहुत मदद करता है और बच्चे भी, इट्स अ पैरेलल, मतलब बच्चे भी कर रहे हैं और स्टाफ भी करता है, तो इसलिए चल जाता है, हो जाता है सारा जो कुछ। आपका लास्ट ईयर का रिजल्ट था वो भी बहुत अच्छा था, हाँ जी। 10th और +2 का बहुत अच्छा रिजल्ट आया था, तो इस बार भी जो रिजल्ट है बहुत गुड है। तो आप क्या फ़र्क समझते हो कि पिछली बार वाला जो रिजल्ट था वो ज़्यादा अच्छा था या इस बार वाला, या आगे भविष्य में भी आप क्या? मैम मैं एक और बात बताती हूँ, पता नहीं आपको पता है कि नहीं पता, आज से 4 साल पहले क्या हुआ था। पहले क्या होता था कि जहाँ पे बच्चे रजिस्टर्ड रहते हैं वहीं पे बनता है उनका सेंटर, मगर पिछले 3-4 साल से क्या हुआ है कि वायरल हुए हैं सेंटर्स पंजाब बोर्ड के। जैसे पहले ये CBSE में होता था, मगर अब ये पंजाब बोर्ड में भी हो गया है। जहाँ पे एडमिशन होती है वहाँ उनके पेपर नहीं होते हैं, है? तो जब ये 2000 मुझे एग्जैक्टली तो याद नहीं है कि कब ये वायरल हुए थे, उस साल में क्या हुआ था कि हमारे रिज़ल्ट, तब भी हमारा 100% रिज़ल्ट आया था हाइट्स का।
कैसे बच्चे केमिस्ट्री का पेपर कहते हैं कि आउट ऑफ सिलेबस है, न्यूज़पेपर में भी आ गया, तो हमारे बच्चों को पूछा तो वो कहते नहीं इट वाज डन, हाँ ये है कि मल्टीपल चॉइस था तो करवाया हुआ था सर ने, फिज़िक्स का पेपर भी करवाया हुआ था, ऐसा कुछ नहीं था। तो मैंने अपने एक हमारी जो ऑफिस मैनेजर है उनसे पूछा कि ये बच्चे कहीं झूठ तो नहीं बोल रहे, बट नॉट, इट वाज नॉट देयर। तब भी हमारा मैम फर्स्ट टाइम वायरल हुए थे पंजाब बोर्ड के जो सेंटर्स हैं, तब भी हमारा रिज़ल्ट 100% आया था बिकॉज ऑफ फेयर डेडिकेशन ऑफ टीचर्स। उनसे देखिए, मैं ये नहीं कहती हूँ कि सिर्फ टीचर्स ही कर रहे हैं, बच्चे भी मेहनत करते हैं, मगर चक्कर ये है कि उनको करवाना कैसे है, उनमें से वो मेहनत निकलवानी कैसी है, वो टेक्निक महाजन सर सारे टीचर्स को पहले ट्रेंड करते हैं, उसके बाद में बच्चों में से निकलवाई जाती है सो दैट कि वो कुछ ना कुछ अपनी ज़िंदगी का अच्छा अचीव कर सके। मैम जिस तरह से बच्चे भी आजकल काफ़ी एडवांस्ड हो गए हैं काफ़ी, है ना, तो आप उस हिसाब से फ्यूचर में क्या देखती हैं इन बच्चों के लिए? मैम देखिए, बच्चे तो हमसे कई गुना ज़्यादा आगे हैं, हम लोग उस इरा के नहीं हैं जिस इरा के ये बच्चे हैं, ये लोग तो टेक्नोलॉजी के बेस्ड बच्चे हैं, मगर दो जो एक आप कह सकते हैं कि एक जो बेस होता है ना, वो तो छोड़ा नहीं जा सकता। इसलिए जो जिसको हम लोग पुरातन कह लो या जो जैसे भी है, अभी आप ये ही देख लीजिए, कुछ बच्चों के दिमाग में शायद कहीं रहता होएगा ये कोविड से पहले कि हम लोग ऑनलाइन करके कुछ भी अपने डाउट्स क्लियर कर सकते हैं। सो मैनी ऐप्स आर देयर जिनकी एड्स भी आती रहती हैं, बट आई एम वेरी मच श्योर इन दिस पीरियड सबको पता चल गया होगा कि जो क्लासरूम स्टडी है ना, दैट कैन नॉट रिप्लेस एनीथिंग। ठीक है ना, मैं मानती हूँ बच्चे बहुत टेक्नोलॉजी में वास्ट हैं, सब कुछ है एवरीथिंग, बट उनको एक बेस पे रहना पड़ता है। आज भी हमारे जब भी हम एक बच्चा आ रहा है, सपोजिंग वो एक नर्सरी में जा रहा है, उसके पास राइम्स की पोएम भी है सब, पर उसकी जो मदर उसको पढ़ा रही है ना, उससे बढ़िया कोई टीचर नहीं है। ठीक है ना, तो इसलिए एक पुरातन का जो बेस है वो तो है ही है। ਸਰ ਪਹਿਲੇ ਤਾਂ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਕਿ ਤੁਹਾਡੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ +2 ਦੇ ਵਿੱਚ ਬਹੁਤ ਅੱਛੇ ਨੰਬਰ ਲੈ ਕੇ ਤੇ ਜਿਹੜਾ ਹਾਈਟਸ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ। ਹਾਂਜੀ ਮੈਡਮ, ਇਹ ਸਾਡਾ ਜਿਹੜਾ ਨਾ ਸਾਲ ਭਰ ਚੱਲਦਾ ਹੀ ਆਉਂਦਾ। ਸਾਡੇ ਰਿਜ਼ਲਟ ਹਮੇਸ਼ਾ ਟੌਪ 'ਤੇ ਹੀ ਰਹੇ ਆ, ਸਾਡੇ ਬੱਚੇ ਡਿਸਟ੍ਰਿਕਟ 'ਚੋਂ ਟੌਪਰ ਰਹੇ ਆ, ਪੰਜਾਬ ਬੋਰਡ 'ਚੋਂ ਵੀ ਫਸਟ ਸੈਕਿੰਡ ਥਰਡ ਆਉਂਦੇ ਰਹੇ ਆ। 2 ਸਾਲ ਪਹਿਲਾਂ ਥਰਡ ਸੀਗੇ ਬੱਚੇ, ਇੱਕ ਥਰਡ ਸੀ, ਇੱਕ ਫਿਫਥ ਸੀ, ਇੱਕ 14th ਸੀਗਾ। ਸੋ ਸਾਡੇ ਰਿਜ਼ਲਟ ਵਧੀਆ ਹੀ ਆਉਂਦੇ ਆ ਔਰ ਇਹ ਸਾਰਾ ਜਿਹੜਾ ਸ਼੍ਰੇਅ ਜਾਂਦਾ ਵਾ ਮੇਰੇ ਟੀਚਰਸ ਨੂੰ ਜਾਂਦਾ। ਮੇਰੇ ਟੀਚਰਸ ਬਹੁਤ ਮਿਹਨਤ ਕਰਾਉਂਦੇ ਆ ਔਰ ਉਹਨਾਂ ਦਾ ਜਿਹੜਾ ਪੜ੍ਹਾਉਣ ਦਾ ਸਟਾਈਲ ਆ ਉਹ ਅਲੱਗ ਹੀ ਆ। ਔਰ ਦੂਸਰਾ, ਬੱਚੇ ਵੀ ਬਹੁਤ ਮਿਹਨਤੀ ਹੈ, ਜਿੱਦਾਂ ਅਸੀਂ ਬੱਚਿਆਂ ਨੂੰ ਕਹਿੰਦੇ ਆ ਉੱਦਾਂ ਮਤਲਬ ਫੋਲੋ ਕਰੀ ਜਾਂਦੇ ਆ ਔਰ ਸਾਡਾ ਰਿਜ਼ਲਟ ਸਾਡੇ ਸਾਹਮਣੇ ਆ। ਸਟ੍ਰੈਸ ਫ੍ਰੀ ਰਹਿਣ ਬੱਚੇ, ਇਹਦੇ ਕਰਕੇ ਕੀ ਕਰ ਰਹੇ ਹੋ? ਇਹ ਵੀ ਮੈਡਮ ਮੈਂ ਵਿੱਚ ਇਹਨਾਂ ਨੂੰ ਯੋਗਾ ਕਰਾਉਂਦਾ ਰਹਿੰਦਾ, ਯੋਗਾ ਦੇ ਟਿਪਸ ਦਿੰਦਾ ਰਹਿੰਦਾ ਵਾ। ਠੀਕ ਹੈ ਵੀ ਯੋਗਾ ਵੀ ਕਰਿਆ ਕਰੋ ਘਰ ਬੈਠ ਕੇ, ਔਰ ਪੜ੍ਹਦੇ ਹੋਏ ਪੜ੍ਹਨ ਤੋਂ ਪਹਿਲਾਂ ਵੀ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਸਟ੍ਰੈਸ ਫ੍ਰੀ ਕਰਨ ਲਈ ਜ਼ਰੂਰੀ ਆ ਵੀ ਥੋੜ੍ਹਾ ਜਿਹਾ ਯੋਗਾ ਕਰ ਲਓ। ਪਹਿਲਾਂ ਅਸੀਂ ਸਕੂਲ ਸ਼ਿਫਟ ਕਰ ਗਏ ਸੀਗੇ, ਆਪਣਾ ਸਕੂਲ ਸੀਗਾ ਮਤਲਬ ਸਾਨੂੰ ਐਫੀਲੀਏਸ਼ਨ ਮਿਲ ਗਈ ਹੈ ਅੰਡਰ ਦਾ ਨੇਮ HIMT ਕਾਲਜ, ਓਕੇ। ਤਾਂ ਅਸੀਂ ਉੱਧਰ ਸ਼ਿਫਟ ਕਰ ਗਏ ਸੀਗੇ। ਉੱਥੇ ਕੋਵਿਡ ਕਰਕੇ ਤਾਂ ਦੂਸਰਾ ਥੋੜ੍ਹਾ ਜਿਹਾ ਹੋਰ ਕਈ ਕਾਰਨ ਹੋ ਸਕਦੇ ਆ ਬੱਚਿਆਂ ਦੇ, ਮੇਰੇ ਨਾਲੋਂ ਥੋੜ੍ਹਾ ਦੂਰ ਹੋ ਜਾ ਰਹੇ ਸੀਗੇ, ਮਤਲਬ ਮੇਰੀ ਪ੍ਰੋਪਰ ਇੰਟਰੈਕਸ਼ਨ ਨਹੀਂ ਸੀ ਹੋ ਪਾ ਰਹੀ। ਜਿੱਦਾਂ ਕੋਈ ਬੱਚੇ ਔਨਲਾਈਨ ਪੜ੍ਹ ਰਹੇ ਆ ਤਾਂ ਔਨਲਾਈਨ ਉਹਨਾਂ ਨੂੰ ਕਈ ਪ੍ਰੋਬਲਮ ਆ ਜਾਂਦੀ, ਔਨਲਾਈਨ 100% ਕਈ ਵਾਰੀ ਨਹੀਂ ਸਮਝ ਆਉਂਦਾ, ਕੋਈ ਨਾ ਕੋਈ ਕਨਸੈਪਟ ਉਹਨਾਂ ਦੇ ਮਨ 'ਚ ਰਹਿ ਜਾਂਦਾ। ਉਹ ਫਿਰ ਉਹਨਾਂ ਨੂੰ ਉਹ ਸਹੂਲੀਅਤ ਪ੍ਰੋਵਾਈਡ ਕਰਨ ਲਈ ਵੀ ਜਿੱਦਾਂ ਮੇਰੇ ਕੋਲ ਕਦੀ ਨੋਟਸ ਲੈਣ ਵੀ ਆਉਣਾ ਹੈ ਤਾਂ ਉਹ ਐਡੀ ਦੂਰ ਆਉਣ 'ਚ ਕਈ ਹਿੱਚ ਕਰਦੇ ਸੀਗੇ, ਤਾਂ ਉਹ ਉਸ ਨੋਟਸ ਲੈਣ ਲਈ ਇੱਥੇ ਆ ਸਕਣ ਲੱਗ ਗਏ। ਇਸ ਕਰਕੇ ਅਸੀਂ ਵਾਪਸ ਇੱਥੇ ਆ ਗਏ ਹਾਂ। ਹਾਈਟਸ ਅਕੈਡਮੀ, ਬੈਕ ਸਾਈਡ ਗ੍ਰੀਨ ਵਿਊ ਪਾਰਕ, 461/7 ਗੁਰੂ ਨਾਨਕ ਐਵਨਿਊ। ਦ ਸਟੈਲਰ ਨਿਊਜ਼ ਲਈ ਮੁਕਤਾਵਾਲੀਆ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।